TVN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਕੁਝ ਉਹ ਖਬਰਾਂ ਜਿਨ੍ਹਾਂ ਤੇ ਵਿਚਾਰ ਚਰਚਾ ਕਰਨੀਆਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂ। ਅਮਰੀਕਾ ਦੇ ਬੱਚੇ ਪੜ੍ਹਨਗੇ ਪੰਜਾਬੀ ਗੱਭਰੂ ਸੰਦੀਪ ਦੇ ਬਣਾਏ ਰਿਕਾਰਡ। ਸਿੱਧੂ ਤੇ ਪ੍ਰਗਟ ਤੋਂ ਬਾਅਦ ਹੁਣ ਧੀਮਾਨ ਨੇ ਖੋਲ੍ਹਿਆ ਕੈਪਟਨ ਖਿਲਾਫ ਮੋਰਚਾ। ਬੇਅਦਬੀ ਕਾਂਡ ਵਿੱਚ ਸਿੱਟ ਨੇ ਕੀਤੇ ਕੁਝ ਨਵੇਂ ਅਤੇ ਹੋਰ ਵੱਡੇ ਖੁਲਾਸੇ। ਬੇਅਦਬੀ ਕੇਸ ਵਿੱਚ ਸੌਦਾ ਸਾਧ ਦੀ ਗ੍ਰਿਫਤਾਰੀ ਦੀ ਉੱਠੀ ਮੰਗ। ਕਰੋਨਾ ਦਾ ਕਹਿਰ, 13 ਘੰਟਿਆਂ ਦੇ ਅੰਦਰ ਅੰਦਰ ਇੱਕੋ ਹੀ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ। ਚੰਨੀ ਨੇ ਆਪਣੀ ਫੇਸਬੁੱਕ ਤੋਂ ਕੈਪਟਨ ਦੀ ਹਟਾਈ ਤਸਵੀਰ ਅਤੇ ਕੁਝ ਹੋਰ ਖਬਰਾਂ। ਦੋਸਤੋ, ਇਹਨਾਂ ਨੂੰ ਆਧਾਰ ਬਣਾਵਾਂਗੇ। ਇਹਦੇ ਤੋਂ ਪਹਿਲਾਂ ਕਿ ਇਧਰ ਨੂੰ ਵਧੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੇ ਨਾਲ ਹੀ ਦੂਸਰੀ ਬੇਨਤੀ ਇਹ ਹੈ ਕਿ ਜਿੱਥੇ ਤੁਹਾਡੇ ਲਈ ਕੁਝ ਖਬਰਾਂ ਤੁਹਾਡੇ ਲਈ ਇਸੇ ਚੈਨਲ ਤੇ ਪਾਈਆਂ ਜਾਂਦੀਆਂ ਨੇ ਤੇ ਹਰ ਰੋਜ਼ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸਵੇਰ ਦੇ 7 ਵਜੇ ਅਤੇ ਪੰਜਾਬ ਦੇ ਵਿੱਚ ਸ਼ਾਮ ਦੇ 7:30 ਵਜੇ ਇੱਕ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਪੰਜਾਬ ਬੋਲਦਾ। ਕਿਰਪਾ ਕਰਕੇ ਵੇਖਿਆ ਵੀ ਕਰੋ, ਵੇਖਣ ਤੋਂ ਬਾਅਦ ਉਸ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਤੇ ਆਓ ਫਿਰ ਹੁਣ ਇਸ ਪ੍ਰੋਗਰਾਮ ਦਾ ਆਗਾਜ਼ ਅੱਜ ਦੀ ਇੱਕ ਸ਼ਾਨਦਾਰ ਖਬਰ ਦੇ ਨਾਲ ਕਰਦੇ ਹਾਂ। ਜਿੱਥੇ ਮੰਦਭਾਗੀਆਂ ਘਟਨਾਵਾਂ ਸਾਡੇ ਨੌਜਵਾਨਾਂ ਦੇ ਨਾਲ ਜੁੜੀਆਂ ਪ੍ਰੋਗਰਾਮ ਦੌਰਾਨ ਪੇਸ਼ ਕੀਤੀਆਂ ਜਾਂਦੀਆਂ ਨੇ, ਪਰ ਜਿੱਥੇ ਚੰਗੀਆਂ ਖਬਰਾਂ ਆਉਂਦੀਆਂ ਨੇ, ਕੋਈ ਰੋਲ ਮਾਡਲ ਬਣਦਾ ਹੈ, ਉਹ ਖਬਰ ਵੀ ਅਸੀਂ ਪਹਿਲ ਦੇ ਆਧਾਰ ਤੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਕਿ ਬਹੁਤ ਸਾਰੇ ਨੌਜਵਾਨ ਨੇ ਉਹ ਵਿਦੇਸ਼ਾਂ ਦੀ ਧਰਤੀ ਤੇ ਆ ਕੇ ਵੀ ਜਾਂ ਆਪਣੇ ਪੰਜਾਬ ਦੇ ਵਿੱਚ ਵੀ ਗਲਤ ਰਾਹਾਂ ਤੇ ਤੁਰਦੇ ਹੈ, ਪਰ ਸੰਦੀਪ ਵਰਗੇ ਨੌਜਵਾਨ ਨੌਜਵਾਨੀ ਦਾ ਰਾਹ ਦਸੇਰਾ ਬਣ ਸਕਦੇ ਹੈ। ਅਸਲ ਵਿੱਚ ਹੁੰਦਾ ਇਹ ਉਦੋਂ ਹੀ ਹੈ ਜਦੋਂ ਕਿਸ ਤੇ ਪ੍ਰਮਾਤਮਾ ਦੀ ਨਜ਼ਰ ਸਵੱਲੀ ਹੋਵੇ, ਕਿਰਪਾ ਹੋਵੇ, ਇਨਸਾਨ ਮਿਹਨਤੀ ਹੋਵੇ, ਨੀਅਤ ਸੱਚੀ ਹੋਵੇ, ਸਿਦਕੀ ਹੋਵੇ ਤੇ ਹਾਰਡ ਵਰਕਿੰਗ ਉਹ ਬੰਦਾ ਹੋਵੇ, ਤੇ ਫਿਰ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦੀ ਮਿਸਾਲ ਪੇਸ਼ ਕੀਤੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਬੱਡੂਵਾਲ ਦੇ ਰਹਿਣ ਵਾਲੇ ਸੰਦੀਪ ਕੈਲਾ ਨੇ। 4 ਵਰਲਡ ਰੈਕਡ ਬਣਾਇਆ ਉਹਨਾਂ ਨੇ, ਤੇ ਹੁਣ ਇਹ ਰੈਕਡ ਬਣਾਉਣ ਤੋਂ ਬਾਅਦ ਸੰਦੀਪ ਦਾ ਨਾਮ ਅਮਰੀਕਾ ਦੀਆਂ ਕਿਤਾਬਾਂ ਵਿੱਚ ਹੋਵੇਗਾ, ਭਾਵ ਸਿਲੇਬਸ ਦੇ ਵਿੱਚ ਪੜ੍ਹਾਇਆ ਜਾਏਗਾ। ਸੰਦੀਪ ਦੱਸਣਾ ਬਣਦਾ ਕਿ ਅਮਰੀਕਾ ਦੇ ਇੱਕ ਲਿਟਰੇਸੀ ਐਜੂਕੇਸ਼ਨ ਪ੍ਰੋਗਰਾਮ ਅਚੀਵ 3000 ਸੰਸਥਾ ਦੇ ਸਿਲੇਬਸ ਦੇ ਵਿੱਚ ਸੰਦੀਪ ਦਾ ਨਾਮ ਦਾਖਲ ਹੋਣ ਜਾ ਰਿਹਾ ਹੈ। ਅਸਲ ਵਿੱਚ ਇਹ ਸੰਸਥਾ ਹਰ ਵਰੇ 3 ਨਵੇਂ ਗਿਨੀਜ਼ ਵਰਲਡ ਰੈਕਡ ਹੋਲਡਰਸ ਦਾ ਨਾਮ ਆਪਣੇ ਸਿਲੇਬਸ ਦੇ ਵਿੱਚ ਦਰਜ ਕਰਦੀ ਹੈ। ਜਦੋਂ ਇਸ ਸੰਸਥਾ ਦੀ ਮੈਨੇਜਰ ਮਾਰਗਰੇਟ ਨੇ ਗਿਨੀਜ਼ ਵਰਲਡ ਰੈਕਡ ਬਣਾਉਣ ਵਾਲਿਆਂ ਦੇ ਇਸ ਸਾਲ ਦੇ ਸਭ ਤੋਂ ਵਧੀਆ 3 ਵਿਸ਼ਵ ਰਿਕਾਰਡ ਦੀ ਲਿਸਟ ਮੰਗੀ ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਸੰਦੀਪ ਦਾ ਆਇਆ। ਫਿਰ ਮਾਰਗਰੇਟ ਨੇ ਇੱਕ ਈਮੇਲ ਦੇ ਰਾਹੀਂ ਸੰਦੀਪ ਨਾਲ ਸੰਪਰਕ ਕੀਤਾ ਤੇ ਉਹਨਾਂ ਦੱਸਿਆ ਕਿ ਸੰਦੀਪ ਦਾ ਨਾਮ ਉਹਨਾਂ ਨੇ ਸਿਲੇਬਸ ਦੇ ਵਿੱਚ ਦਰਜ ਕੀਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਵੱਖੋ-ਵੱਖ ਕਲਾਸਾਂ ਦੇ ਵਿੱਚ ਵੱਖ-ਵੱਖ ਲੈਵਲ ਤੇ ਵਿਦਿਆਰਥੀਆਂ ਨੂੰ ਵੀਡੀਓ ਉਹਦੇ ਦਿਖਾਏ ਜਾਣਗੇ, ਸਲਾਈਡ ਸ਼ੋਅ ਹੋਣਗੇ, ਸੰਦੀਪ ਦੀ ਜ਼ਿੰਦਗੀ ਬਾਰੇ ਪੜ੍ਹਾਇਆ ਜਾਏਗਾ, ਸੰਦੀਪ ਦੇ ਜਿਹੜੇ ਰਿਕਾਰਡ ਬਣਾਏ ਨੇ ਉਹਨਾਂ ਬਾਰੇ ਆਰਟੀਕਲ ਤੇ ਲੇਖ ਪੜ੍ਹਾਏ ਜਾਣਗੇ, ਲਿਖਾਏ ਜਾਣਗੇ, ਤੇ ਜਿਹੜੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣਗੇ ਫਿਰ ਉਹਨਾਂ ਤੋਂ ਇੱਕ ਪ੍ਰੀਖਿਆ ਲਈ ਜਾਏਗੀ, ਉਹਨਾਂ ਦੇ ਮੁਤਲਕ ਇਮਤਿਹਾਨ ਲਿਆ ਜਾਏਗਾ। ਦੱਸਣਾ ਬਣਦਾ ਕਿ ਸੰਦੀਪ ਕੈਲੇ ਪਹਿਲਾ ਪੰਜਾਬੀ ਗਿਨੀਜ਼ ਵਰਲਡ ਰਿਕਾਰਡ ਹੋਲਡਰ ਹੈ। ਦੂਸਰੇ ਪਾਸੇ ਜਦੋਂ ਇਹ ਖਬਰ ਪਿੰਡ ਵੱਡੂਵਾਲ ਜ਼ਿਲ੍ਹਾ ਮੋਗਾ ਦੇ ਵਿੱਚ ਪਹੁੰਚੀ ਤਾਂ ਖੁਸ਼ੀ ਦੀ ਲਹਿਰ ਦੌੜ ਗਈ। ਕੋਈ ਸੰਦੀਪ ਲਈ ਪ੍ਰਾਰਥਨਾ ਕਰ ਰਿਹਾ ਸੀ, ਕੋਈ ਸੰਦੀਪ ਦੇ ਮਾਪਿਆਂ ਨੂੰ ਵਧਾਈਆਂ ਦੇ ਰਿਹਾ ਸੀ ਤੇ ਮਾਤਾ ਪਿਤਾ ਉਹਨਾਂ ਦਾ ਧੰਨਵਾਦ ਕਰ ਰਹੇ ਸੀ, ਤੇ ਪਿੰਡ ਦੇ ਨੌਜਵਾਨ ਭਾਵੇਂ ਛੋਟੇ ਸੀ ਭਾਵੇਂ ਸੰਦੀਪ ਤੋਂ ਵੱਡੇ ਸੀ, ਆਪਣੇ ਵੀਰ ਦੀ ਇਸ ਨੌਜਵਾਨ ਦੀ ਪ੍ਰਾਪਤੀ ਦੇ ਉੱਤੇ ਮਾਣ ਕਰ ਰਹੇ ਸੀ, ਖੁਸ਼ੀ ਸੀ। ਸੋ ਹੋਣੀ ਵੀ ਚਾਹੀਦੀ ਹੈ, ਮਾਣ ਵੀ ਹੋਣਾ ਚਾਹੀਦਾ ਹੈ। ਜਿੱਥੇ ਕੁਝ ਇੱਕ ਮਾੜੇ ਅਨਸਰ ਨੇ ਭਾਈਚਾਰੇ ਦਾ ਨਾਮ ਬਦਨਾਮ ਕਰਦੇ ਆ, ਉੱਥੇ ਸੰਦੀਪ ਕੈਲੇ ਵਰਗੇ ਉਹ ਨੌਜਵਾਨ ਜਿਨ੍ਹਾਂ ਦੀ ਪ੍ਰਾਪਤੀ ਤੇ ਮਾਣ ਸਾਨੂੰ ਕਰਨਾ ਚਾਹੀਦਾ ਹੈ। ਤੇ ਹੁਣ ਅਮਰੀਕਾ ਦੇ ਵਿੱਚ ਸਿਲੇਬਸ ਦੇ ਵਿੱਚ ਪੜ੍ਹਾਇਆ ਜਾਣਾ ਕੋਈ ਛੋਟੀ ਗੱਲ ਨਹੀਂ। ਤੇ ਅਗਲੀ ਖਬਰ ਬੇਅਦਬੀ ਕਾਂਡ ਦੇ ਨਾਲ ਜੁੜੀ ਤੇ ਸਿੱਟ ਨੇ ਕੁਝ ਅੱਜ ਹੋਰ ਨਵੇਂ ਖੁਲਾਸੇ ਕਰ ਦਿੱਤੇ ਆ। ਕੱਲ੍ਹ ਦੇ ਪ੍ਰੋਗਰਾਮ ਵਿੱਚ ਵੀ ਸਿੱਟ ਨੇ ਦੱਸਿਆ ਸੀ ਕਿ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਉਹਨਾਂ ਨੇ ਕੁਝ ਇੱਕ ਨਵੀਆਂ ਗੱਲਾਂ ਦੱਸੀਆਂ ਸੀ, ਪਰ ਅੱਜ ਕੁਝ ਹੋਰ ਨਵੇਂ ਖੁਲਾਸੇ ਕਰ ਦਿੱਤੇ ਹੈ। ਸਿੱਟ ਨੇ 6 ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਸੀ ਤੇ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ, ਫਿਰ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀਆਂ ਘਟਨਾ ਸਥਾਨ ਤੇ ਉਹਨਾਂ ਨੂੰ ਲਿਜਾਇਆ ਗਿਆ, ਨਿਸ਼ਾਨਦੇਹੀ ਕਰਵਾਈ ਗਈ। ਸਿੱਟ ਦੀ ਟੀਮ ਦੀ ਹਾਜ਼ਰੀ ਦੇ ਵਿੱਚ ਸਨੀ ਕੰਡਾ, ਨਿਸ਼ਾਨ ਸਿੰਘ,
ਰਣਜੀਤ ਸਿੰਘ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਨੇ। ਉਹਨਾਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਬਰਗਾੜੀ ਬੱਸ ਅੱਡਾ, ਪਿੰਡ ਢਿਲਮਾ ਕਲਾਂ, ਪਿੰਡ ਬਾਹਮਣ ਵਾਲਾ ਦੇ ਨੇੜਿਓਂ ਲੰਘਦਾ ਜਿਹੜਾ ਸੂਆ ਸੀ, ਤੇ ਜਾਂ ਫਿਰ ਸੰਧਵਾਂ ਦੇ ਜਿਹੜਾ ਰਾਧਾ ਸੁਆਮੀ ਦਾ ਡੇਰਾ ਹੈ ਉਹਦੇ ਨੇੜੇ ਵਾਲੀਆਂ ਥਾਵਾਂ ਤੇ ਲਿਜਾਇਆ ਗਿਆ, ਭਾਵ ਨਿਸ਼ਾਨਦੇਹੀ ਕਰਵਾਈ ਗਈ। ਦੱਸਣਾ ਬਣਦਾ ਕਿ ਇਹਨਾਂ ਡੇਰਾ ਪ੍ਰੇਮੀਆਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਕੱਲ ਫਰੀਦਕੋਟ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਪੱਤਰਕਾਰਾਂ ਦੀ ਹਾਜ਼ਰੀ ਵਿੱਚ ਤੇ ਕੈਮਰੇ ਦੇ ਸਾਹਮਣੇ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਜੇਕਰ ਇਹ ਸਾਡੇ ਪਰਿਵਾਰਕ ਮੈਂਬਰ ਭਾਵ ਇਹ ਡੇਰਾ ਪ੍ਰੇਮੀ ਦੋਸ਼ੀ ਸਾਬਤ ਹੋਏ ਤਾਂ ਜਿਹੜੀ ਮਰਜ਼ੀ ਸਜ਼ਾ ਦੇ ਦਿਓ, ਸਿਰ ਕਲਮ ਕਰਵਾ ਸਕਦੇ ਆ। ਤੇ ਡੇਰਾ ਪ੍ਰੇਮੀਆਂ ਦੇ ਵਾਰਸਾਂ ਦਾ ਇਹ ਬਿਆਨ ਵੱਖੋ-ਵੱਖ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ, ਵੱਖੋ-ਵੱਖ YouTube ਅਤੇ TV ਚੈਨਲਾਂ ਦੇ ਉੱਤੇ ਵੀ ਛਾਇਆ ਰਿਹਾ ਕਿ ਦੇਖੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਆ ਕਿ ਸਾਡੇ ਮੈਂਬਰਾਂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ। ਤੇ ਉਹਨਾਂ ਦਾ ਦਾਅਵਾ ਇਹ ਕੀਤਾ ਸੀ ਕਿ ਪਿਛਲੀ ਵਿਧਾਨ ਸਭਾ ਚੋਣ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ, ਉਹਨਾਂ ਨੂੰ ਵੋਟਾਂ ਪਾਈਆਂ, ਇਸ ਕਰਕੇ ਕਾਂਗਰਸ ਸਾਡੇ ਤੋਂ ਬਦਲਾ ਲਊ ਕਾਰਵਾਈ ਕਰ ਰਹੀ ਹੈ। ਪਰ ਹੁਣ ਜਿਹੜੀ ਸਿੱਟ ਬਣਾਈ ਹੈ, ਸਿੱਟ ਦੇ ਪ੍ਰਮੁੱਖ ਮੈਂਬਰ ਨੇ AIG ਰਾਜਿੰਦਰ ਸਿੰਘ ਸੋਹਲ, DSP ਬਲਵਿੰਦਰ ਸਿੰਘ ਨੇ, ਇੰਸਪੈਕਟਰ ਦਲਵੀਰ ਸਿੰਘ ਸਿੱਧੂ ਨੇ, ਇੰਸਪੈਕਟਰ ਹਰਵੰਸ ਸਿੰਘ ਨੇ, ਇੰਸਪੈਕਟਰ ਇਕਬਾਲ ਹੁਸੈਨ ਨੇ, ਸਬ ਇੰਸਪੈਕਟਰ ਰਾਜੇਸ਼ ਨੇ, ਸਬ ਇੰਸਪੈਕਟਰ ਹਰਪ੍ਰੀਤ ਸਿੰਘ ਨੇ, SI ਹਰਪ੍ਰੀਤ ਸਿੰਘ ਨੇ। ਇਹਨਾਂ ਦੀ ਹਾਜ਼ਰੀ ਦੇ ਵਿੱਚ ਡੇਰਾ ਪ੍ਰੇਮੀਆਂ ਨੇ ਕਹਿੰਦੇ ਮੰਨਿਆ ਹੈ ਕਿ ਸਨੀ ਕੰਡਾ, ਰਣਜੀਤ ਸਿੰਘ ਭੋਲਾ, ਸ਼ਕਤੀ ਸਿੰਘ, ਨਿਸ਼ਾਨ ਸਿੰਘ ਅਤੇ ਬਲਜੀਤ ਸਿੰਘ ਇੱਕ ਕਾਰ ਦੇ ਰਾਹੀਂ ਗਏ ਤੇ ਪਾਵਨ ਸਰੂਪ ਇਹ ਪਿੰਡ ਢਿਲਮਾ ਕਲਾਂ ਲੈ ਕੇ ਆਏ, ਜਿੱਥੇ ਸਨੀ ਕੰਡਾ ਨੇ ਬਲੇਡ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਿਰ ਪਾੜੇ। ਸਨੀ ਤੇ ਸ਼ਕਤੀ ਰਾਤ ਦੇ ਵਕਤ ਇਹਨਾਂ ਪੰਨਿਆਂ ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਅਤੇ ਬੱਸ ਸਟੈਂਡ ਤੇ ਆਲੇ ਦੁਆਲੇ ਖਿਲਾਰ ਕੇ ਵਾਪਸ ਪਰਤ ਗਏ। ਫਿਰ ਕੁਝ ਪੰਨੇ ਉਹਨਾਂ ਨੇ ਪ੍ਰਦੀਪ ਕੁਮਾਰ ਉਰਫ ਰਾਜੂ ਦੋਧੀ ਨੂੰ ਦਿੱਤੇ ਤੇ ਪਿੰਡ ਹਰੀਨੋ ਦੇ ਵਿੱਚ ਦੱਸਿਆ ਕਿ ਤੂੰ ਇਹ ਜਾ ਕੇ ਖਿਲਾਰਨੇ ਆ, ਪਰ ਉਹ ਡਰ ਗਿਆ। ਡਰਨ ਤੋਂ ਬਾਅਦ ਉਹ ਫਿਰ ਪਿੰਡ ਬਾਹਮਣ ਵਾਲਾ ਦੇ ਨੇੜਿਓਂ ਲੰਘਦੇ ਸੂਏ ਦੇ ਵਿੱਚ ਰੋੜ ਕੇ ਚਲਾ ਗਿਆ। ਡੇਰਾ ਪ੍ਰੇਮੀਆਂ ਦੇ ਮੁਤਾਬਕ ਬਾਕੀ ਬਚਦੇ ਪੰਨਿਆਂ ਅਤੇ ਜਿਲਦ ਨੂੰ ਮਹਿੰਦਰਪਾਲ ਬਿੱਟੂ ਲੈ ਗਿਆ। ਇਹ ਮਹਿੰਦਰਪਾਲ ਬਿੱਟੂ ਉਹ ਬੰਦਾ ਹੈ ਜਿਹੜੀ ਡੇਰੇ ਦੀ ਇੱਕ 45 ਮੈਂਬਰੀ ਕਮੇਟੀ ਬਣੀ ਹੈ ਤੇ ਉਹਦਾ ਇਹ ਅਹਿਮ ਮੈਂਬਰ ਹੈ। ਮਹਿੰਦਰਪਾਲ ਬਿੱਟੂ ਕਹਿੰਦੇ ਬਾਕੀ ਪੰਨੇ ਅਤੇ ਜਿਲਦ ਆਪਣੇ ਕੋਲ ਲੈ ਗਿਆ। ਇਸ ਸੰਬੰਧੀ ਸਿੱਟ ਦੇ ਮੈਂਬਰਾਂ ਵੱਲੋਂ ਹਾਲੇ ਜਾਂਚ ਜਾਰੀ ਹੈ, ਜਾਂਚ ਮੁਕੰਮਲ ਨਹੀਂ ਹੋਈ। ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਜਿਹੜੇ ਇਹ 6 ਡੇਰਾ ਪ੍ਰੇਮੀ ਨੇ, ਉਹਨਾਂ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨੇ, ਬੇਅਦਬੀ ਕਰਨੀ, ਖਿਲਾਰਨੇ, ਇਸ ਕੇਸ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਜਿਹੜੀ ਸਿੱਟ ਬਣੀ ਹੈ, ਸਿੱਟ ਨੇ ਇਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜਦੋਂ ਲਿਜਾਇਆ ਗਿਆ ਤੇ ਇਹ ਵੀ ਪਤਾ ਲੱਗਾ ਕਿ 2 ਕਾਰਾਂ ਦੀ ਵਰਤੋਂ ਕੀਤੀ ਗਈ ਅਤੇ ਇਹਨਾਂ 6 ਬੰਦਿਆਂ ਨੇ ਨਿਸ਼ਾਨਦੇਹੀ ਕੀਤੀ ਤੇ ਦੋਵੇਂ ਕਾਰਾਂ ਵੀ ਹੁਣ ਬਰਾਮਦ ਕਰ ਲਈਆਂ ਗਈਆਂ ਨੇ। ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਪਾਤਸ਼ਾਹੀ ਦਸਵੀਂ, ਪਿੰਡ ਬਰਗਾੜੀ ਦੇ ਆਲੇ ਦੁਆਲੇ ਗਲੀਆਂ ਦੇ ਵਿੱਚ ਜਿਹੜੇ ਪਵਿੱਤਰ ਅੰਗ ਖਿਲਾਰੇ ਗਏ, ਉਹਨਾਂ ਦੇ ਵਿੱਚ 2 ਕਾਰਾਂ ਦੀ ਵਰਤੋਂ ਹੋਈ, ਇੱਕ ਆਲਟੋ ਤੇ ਇੱਕ ਏ ਸਟਾਰ, ਜਿਨ੍ਹਾਂ ਵਿੱਚੋਂ ਆਲਟੋ ਕਾਰ ਸੁਖਜਿੰਦਰ ਸਨੀ, ਜਦ ਕਿ ਏ ਸਟਾਰ ਆ ਜਿਹੜੀ ਉਹ ਕਾਰ ਨਿਸ਼ਾਨ ਸਿੰਘ ਦੀ ਦੱਸੀ ਗਈ ਹੈ। ਕਾਰਾਂ ਬਰਾਮਦ ਹੋਣ ਤੋਂ ਬਾਅਦ ਇਹਨਾਂ ਨੂੰ ਜਦੋਂ ਹੁਣ ਪੁੱਛਗਿੱਛ ਹੋਰ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਪੁੱਛਗਿੱਛ 5 ਘੰਟਿਆਂ ਤੱਕ ਫਿਰ ਜਾਰੀ ਰਹੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਇਹਨਾਂ ਦੇ ਕੋਲੋਂ ਜਿਹੜੇ ਸਰੂਪ ਚੋਰੀ ਕਰਨ ਦੇ ਮਾਮਲੇ ਨੇ, ਹੋਰ ਉਹਦੇ ਵਿੱਚ ਡੂੰਘਾਈ ਤੱਕ ਜਾਂਚ ਕਰਨਾ ਚਾਹੁੰਦੀ ਹੈ ਕਿ ਕੀ ਸਿਰਫ 6 ਹੀ ਬੰਦੇ ਸੀ। ਇਹਨਾਂ ਦੇ ਪਿੱਛੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਹੋਰ ਕੌਣ-ਕੌਣ ਦੇ ਰਿਹਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੁਰਾਗ ਜਿਹੜੇ ਹੁਣ ਤੱਕ ਮਿਲੇ ਨੇ ਕਾਫੀ ਨਹੀਂ, ਇਹਦੇ ਵਿੱਚ ਹੋਰ ਬੰਦਿਆਂ ਦੀ ਇਨਵੋਲਵਮੈਂਟ ਹੋ ਸਕਦੀ ਹੈ। ਤੇ ਪੁਲਿਸ ਦੇ ਆਲਾ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁੱਛ-ਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬੇਅਦਬੀ ਦੇ ਅੰਗ ਖਿਲਾਰਨ ਵਾਸਤੇ ਇਹ ਅੱਧੀ ਰਾਤ ਨੂੰ ਤੁਰੇ, ਕਾਰਾਂ ਵਿੱਚ ਸਵਾਰ ਹੋ ਨਿਕਲੇ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਥਾਵਾਂ ਦੀ ਨਿਸ਼ਾਨਦੇਹੀ ਕਰਵਾਈ ਹੈ ਜਿੱਥੇ ਖੜ ਕੇ, ਜਿੱਥੇ ਬਹਿ ਕੇ ਸਲਾਹਾਂ ਕੀਤੀਆਂ ਤੇ ਘਟਨਾਵਾਂ ਨੂੰ ਅੰਜਾਮ ਦਿੱਤਾ। ਦੱਸਣਾ ਬਣਦਾ ਕਿ ਸ਼ਕਤੀ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਸਨੀ, ਪ੍ਰਦੀਪ ਸਿੰਘ, ਬਲਜੀਤ ਸਿੰਘ ਤੇ ਰਣਜੀਤ ਸਿੰਘ ਨੂੰ 16 ਮਈ ਨੂੰ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। 17 ਮਈ ਨੂੰ ਇਹਨਾਂ ਨੂੰ ਫਰੀਦਕੋਟ ਦੀ ਅਦਾਲਤ ਨੇ 4 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਸੀ ਅਤੇ ਹੁਣ ਇਹਨਾਂ ਨੂੰ 21 ਮਈ ਨੂੰ ਅਦਾਲਤ ਦੇ ਵਿੱਚ ਦੁਬਾਰਾ ਪੇਸ਼ ਕੀਤਾ ਜਾਏਗਾ। ਇਹ ਵੀ ਪਤਾ ਚੱਲਿਆ ਕਿ SPS ਪਰਮਾਰ ਦੀ ਅਗਵਾਈ ਵਾਲੀ ਜਿਹੜੀ ਸਿੱਟ ਬਣੀ ਹੈ ਉਹਦੇ ਵਿੱਚ ਰਜਿੰਦਰ ਸਿੰਘ ਸੋਹਲ ਜਿਹੜੇ AIG ਕਾਊਂਟਰ ਇੰਟੈਲੀਜੈਂਸ ਨੇ ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ। ਇਹਨਾਂ ਦੇ ਕੋਲੋਂ ਕਈ ਹੋਰ ਪਹਿਲੂਆਂ ਤੇ ਜਾਣਕਾਰੀ ਹੁਣ
ਹਾਸਲ ਕੀਤੀ ਜਾਣੀ ਹੈ ਤੇ ਰਿਮਾਂਡ ਦੇ ਵਿੱਚ ਵਾਧਾ ਕੀਤੇ ਜਾਣ ਦੀ ਵੀ ਅਦਾਲਤ ਨੂੰ ਅਪੀਲ ਕੀਤੇ ਜਾਣ ਦੀ ਖਬਰ ਹੈ। ਤੇ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਸੂਚਨਾ ਆਲੇ ਦੁਆਲੋਂ ਹੋਰ ਇਕੱਤਰ ਕਰਨਾ ਚਾਹੁੰਦੀ ਹੈ। ਇਸ ਵਾਸਤੇ ਜਿਹੜੇ ਸਿੱਟ ਦੇ ਇੰਚਾਰਜ ਨੇ ਐਸਪੀਐਸ ਪਰਮਾਰ, ਰਜਿੰਦਰ ਸਿੰਘ ਸੋਹਲ, ਏਆਈਜੀ ਕਾਊਂਟਰ ਇੰਟੈਲੀਜੈਂਸ ਤੋਂ ਇਲਾਵਾ ਸੀਆਈਏ ਦੇ ਇੰਚਾਰਜ ਨੇ ਦਲਬੀਰ ਸਿੰਘ ਸਿੱਧੂ, ਉਹਨਾਂ ਨੇ ਨੰਬਰ ਜਾਰੀ ਕਰਕੇ ਆਮ ਜਨਤਾ ਤੋਂ ਇਸ ਮਾਮਲੇ ਦੇ ਵਿੱਚ ਕਿ ਕਿਸੇ ਨੂੰ ਅੰਗ ਖਿਲਾਰਨ ਬਾਰੇ ਜਾਣਕਾਰੀ ਹੋਵੇ, ਕਿਸੇ ਨੂੰ ਪਾਵਨ ਸਰੂਪ ਚੋਰੀ ਕਰਨ ਦੇ ਬਾਰੇ ਜਾਣਕਾਰੀ ਹੋਵੇ, ਕਿਸੇ ਨੂੰ ਪੋਸਟਰ ਲਾਉਣ ਚਿਪਕਾਉਣ ਦੇ ਬਾਰੇ ਜਾਣਕਾਰੀ ਹੋਵੇ, ਪੁਖਤਾ ਸਬੂਤ ਹੋਣ ਤੇ ਦਸਤਾਵੇਜ਼ ਸਿੱਟ ਤੱਕ ਪੁੱਜਦੇ ਕਰੋ। ਤੇ ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਕੋਈ ਵਿਅਕਤੀ ਬਾਜਾਖਾਨਾ ਥਾਣੇ ਦੇ ਵਿੱਚ ਦਰਜ 3 ਵੱਖੋ-ਵੱਖ ਕੇਸਾਂ ਦੇ ਬਾਰੇ ਸੂਚਨਾ ਦੇਣੀ ਚਾਹੁੰਦਾ ਤਾਂ ਉਹਨਾਂ ਨੇ WhatsApp ਨੰਬਰ ਦਿੱਤੇ ਹੈ ਕਿ ਇਹਦੀ ਜਾਣਕਾਰੀ ਜਾਂ ਤਾਂ ਇਹਨਾਂ ਨੰਬਰਾਂ ਤੇ ਦੇ ਦਿਓ ਜਾਂ SHO ਬਾਜਾਖਾਨਾ ਨੂੰ ਭੇਜੀ ਜਾ ਸਕਦੀ ਹੈ ਜਾਂ ਈਮੇਲ ਕੀਤੀ ਜਾ ਸਕਦੀ ਹੈ। ਤੇ ਨਾਲ ਇਹ ਵੀ ਦੱਸਿਆ ਕਿ ਜਿਹੜੇ ਬੰਦੇ ਸਬੂਤ ਦੇਣਗੇ ਉਹਨਾਂ ਦੇ ਜਿਹੜੇ ਨਾਮ ਨੇ ਉਹ ਗੁਪਤ ਰੱਖੇ ਜਾਣਗੇ। ਹੁਣ ਜਦੋਂ ਇਸ ਮਸਲੇ ਦੀ ਇੱਥੇ ਤੱਕ ਗੱਲ ਪਹੁੰਚ ਗਈ ਕਿ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਅੰਗ ਕਿਵੇਂ ਪਾੜੇ, ਕਿੱਥੇ ਖੜ ਕੇ ਪਾੜੇ, ਕਿਹੜੇ-ਕਿਹੜੇ ਬੰਦੇ ਸੀ, ਕਿਹਨਾਂ ਦੀਆਂ ਡਿਊਟੀਆਂ ਲੱਗੀਆਂ ਅਤੇ ਜਲਦ ਕੌਣ ਲੈ ਗਿਆ ਤੇ ਕਾਰਾਂ ਕਿਹੜੀਆਂ-ਕਿਹੜੀਆਂ ਵਰਤੀਆਂ, ਤੇ ਫਿਰ ਹੁਣ ਅਗਲੀ ਮੰਗ ਉੱਠ ਕੇ ਖੜੀ ਹੋ ਗਈ ਹੈ ਕਿ ਪੁਆੜੇ ਦੀ ਜਾੜਾ ਡੇਰੇ ਵਾਲਾ ਸਾਧ ਤੇ ਉਹਦੀ ਹੁਣ ਗ੍ਰਿਫਤਾਰੀ ਹੋਵੇ। ਇਸ ਮਾਮਲੇ ਦੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਉੱਠ ਖੜੀ ਹੋਈ ਹੈ। ਬੇਅਦਬੀ ਕੇਸਾਂ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਆ ਰਹੇ ਨੇ ਭੁਪਿੰਦਰ ਸਿੰਘ ਗੋਰਾ ਅਤੇ ਉਸਦੇ ਵਕੀਲਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਨਾਂ ਨੇ ਆਈਜੀ ਰਣਵੀਰ ਸਿੰਘ ਖਟੜਾ ਵਾਲੀ ਸਿੱਟ, ਜਿਨ੍ਹਾਂ ਨੇ ਇਸ ਬੇਅਦਬੀ ਕੇਸ ਦੇ ਬਾਬਤ ਜਾਂਚ ਕੀਤੀ ਸੀ ਤੇ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਖਲ ਕੀਤਾ ਸੀ, ਉਸ ਦੋਸ਼ ਪੱਤਰ ਦੇ ਵਿੱਚ ਡੇਰਾ ਮੁਖੀ ਦਾ ਨਾਮ ਸ਼ਾਮਲ ਸੀ, ਪਰ ਕਿਸੇ ਕਾਰਨ ਕਰਕੇ ਨਾ ਤਾਂ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਅਤੇ ਰਾਮ ਰਹੀਮ ਦੇ ਕੋਲੋਂ ਪੁੱਛਗਿੱਛ ਵੀ ਪੰਜਾਬ ਪੁਲਿਸ ਕਰਨਾ ਚਾਹੁੰਦੀ ਸੀ ਪਰ ਖਾਲੀ ਹੱਥ ਪਰਤੀ ਸੀ। ਤੇ ਹੁਣ ਨਵੀਂ ਸਿੱਟ ਦੇ ਵੱਲੋਂ ਜਦੋਂ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਲਿਹਾਜ਼ਾ ਸਿੱਟ ਦੇ ਵੱਲੋਂ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੇ ਜਾਣ ਦੀ ਮੰਗ ਉੱਠ ਖੜੀ ਹੈ। ਹੁਣ ਦੇਖਦੇ ਹਾਂ ਕਿ ਜੇ ਮੰਗ ਨੇ ਤੂਲ ਫੜ ਰਹੀ ਹੈ ਕਿ ਜੇ ਡੇਰਾ ਪ੍ਰੇਮੀ ਮੰਨੀ ਜਾ ਰਹੇ ਨੇ ਕਿ ਅਸੀਂ ਚੋਰੀ ਵੀ ਕੀਤੀ ਆ, ਅਸੀਂ ਪੱਤਰੇ ਵੀ ਪਾੜਿਆ, ਅਸੀਂ ਅੰਗ ਖਿਲਾਰੇ ਵੀ ਆ, ਅਸੀਂ ਸੂਏ ਵਿੱਚ ਵੀ ਸੁੱਟੇ ਆ, ਤੇ ਇਹ ਵੀ ਦੱਸੀ ਜਾ ਰਹੀ ਹੈ ਕਿ ਡੇਰੇ ਦੀ 45 ਮੈਂਬਰੀ ਕਮੇਟੀ ਦੇ ਵਿੱਚੋਂ ਸਾਨੂੰ ਆਦੇਸ਼, ਤੇ ਉਹਨਾਂ ਨੂੰ 45 ਨੂੰ ਫਿਰ ਆਦੇਸ਼ ਕਿਹਨੇ ਦਿੱਤੇ, ਕਿਹਦੇ ਦਿਸ਼ਾ ਨਿਰਦੇਸ਼ ਤੇ ਕੰਮ ਕਰ ਰਹੇ ਸੀ। ਇਸ ਕਰਕੇ ਹੁਣ ਗੁਰਮੀਤ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਜਾਂਚ ਪੜਤਾਲ ਦੀ ਮੰਗ ਉੱਠ ਖੜੀ ਹੈ। ਵੇਖਦੇ ਹਾਂ ਕਿ ਇਹ ਮੰਗ ਦੇ ਉੱਤੇ ਬੂਰ ਪੈਂਦਾ ਜਾਂ ਨਹੀਂ। ਤੇ ਹੁਣ ਚੱਲਦੇ ਹਾਂ ਕਰੋਨਾ ਵਾਲੀਆਂ ਖਬਰਾਂ ਵੱਲ। ਕੋਵਿਡ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਮਹਾਰਾਸ਼ਟਰ। ਉੱਥੋਂ ਕਰੋਨਾ ਵਾਇਰਸ ਨੇ ਕਿਸ ਕਦਰ ਤਬਾਹੀ ਮਚਾਈ ਆ, ਆਹ ਖਬਰ ਤਸਦੀਕ ਕਰੂਗੀ। ਮਹਾਰਾਸ਼ਟਰ ਦੇ ਇੱਕ ਜ਼ਿਲ੍ਹੇ ਦੇ ਵਿੱਚੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕੋਵਿਡ ਨਾਲ ਪੀੜਤ ਇੱਕੋ ਹੀ ਪਰਿਵਾਰ ਦੇ 3 ਜੀ 13 ਘੰਟਿਆਂ ਦੇ ਅੰਦਰ ਮੌਤ ਦੇ ਮੂੰਹ ਜਾ ਪਏ। ਇਹ ਜਿਹੜੀ ਘਟਨਾ ਹੈ ਸਾਂਗਲੀ ਜ਼ਿਲ੍ਹੇ ਦੇ ਸਿਰਾਲਾ ਤਹਿਸੀਲ ਦੇ ਸਿਰਸੀ ਪਿੰਡ ਦੀ ਹੈ। ਸਿਰਸੀ ਪਿੰਡ ਦੇ ਵਿੱਚ ਇੱਕੋ ਹੀ ਪਰਿਵਾਰ ਨੂੰ ਕੋਵਿਡ ਨੇ ਤਬਾਹ ਕਰ ਦਿੱਤਾ ਹੈ। 13 ਘੰਟਿਆਂ ਦੇ ਅੰਦਰ ਤੁਸੀਂ ਦੇਖੋ ਕਿ ਕਿੰਨਾ ਹਾਹਾਕਾਰ ਹੋਊ ਕਿ ਇੱਕੋ ਹੀ ਪਰਿਵਾਰ ਦੇ 3 ਜੀ ਇਸ ਜਹਾਨ ਤੋਂ ਰੁਖਸਤ ਹੋ ਰਹੇ ਹੋਣ। ਜਾਣਕਾਰੀ ਮਿਲੀ ਹੈ ਕਿ ਸਭ ਤੋਂ ਪਹਿਲਾਂ 75 ਵਰ੍ਹਿਆਂ ਦੇ ਸਹਿਦੇਵ ਨੂੰ ਕੋਵਿਡ ਹੋਇਆ। ਹਾਲਤ ਨਾਜ਼ੁਕ ਬਣੀ। ਸਹਿਦੇਵ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ। ਕੁਝ ਦਿਨਾਂ ਬਾਅਦ ਉਹਨਾਂ ਦੀ ਪਤਨੀ ਸੁਸ਼ੀਲਾ, ਉਹ ਵੀ ਕਰੋਨਾ ਤੋਂ ਪੋਜ਼ਿਟਿਵ ਹੋ ਗਈ। ਹੁਣ ਜਿਵੇਂ ਹਸਬੈਂਡ ਵਾਈਫ ਭਾਵ ਇਹ ਜੋੜਾ ਕੋਵਿਡ ਤੋਂ ਪੋਜ਼ਿਟਿਵ ਹੋ ਗਿਆ ਤੇ ਉਹਨੂੰ ਵੀ ਫਿਰ ਹਸਪਤਾਲ ਭਰਤੀ ਕਰਵਾਉਣਾ ਪਿਆ। ਇਸੇ ਦੌਰਾਨ ਆਪਣੇ ਮਾਂ-ਬਾਪ ਨੂੰ ਦੇਖਣ ਦੇ ਵਾਸਤੇ ਉਹਨਾਂ ਦਾ ਪੁੱਤਰ ਸਚਿਨ, ਜੋ ਕਿ ਸੌਫਟਵੇਅਰ ਇੰਜੀਨੀਅਰ ਸੀ, ਉਹ ਮੁੰਬਈ ਕੰਮ ਕਰਦਾ ਸੀ, ਉਹ ਵੀ ਵਾਪਸ ਆਪਣੇ ਪਿੰਡ ਆ ਗਿਆ। ਤੇ ਜਦੋਂ ਉਹ ਦੇਖਭਾਲ ਕਰਨ ਲੱਗਿਆ ਤੇ ਉਹ ਵੀ ਕੋਵਿਡ ਤੋਂ ਪੀੜਤ ਹੋ ਗਿਆ ਤੇ ਉਹਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਦੀ ਨੌਬਤ ਆ ਗਈ। ਇਸ ਤਰ੍ਹਾਂ ਇੱਕੋ ਹੀ ਪਰਿਵਾਰ ਦੇ 3 ਜੀ ਹਸਪਤਾਲ ਵਿੱਚ ਦਾਖਲ। ਜਾਣਕਾਰੀ ਮਿਲੀ ਕਿ ਹਸਪਤਾਲ ਦੇ ਵਿੱਚ ਸਹਿਦੇਵ ਅਤੇ ਉਹਨਾਂ ਦੀ ਪਤਨੀ ਸੁਸ਼ੀਲਾ ਦੀ ਕੋਵਿਡ ਦੇ ਕਾਰਨ ਮੌਤ ਹੋ ਗਈ। ਦੋਵਾਂ ਦੀ ਮੌਤ ਦਾ ਫਰਕ 5 ਘੰਟਿਆਂ ਦਾ। 5 ਘੰਟਿਆਂ ਦੇ ਅੰਦਰ ਪਤੀ ਪਤਨੀ ਇਸ ਜਹਾਨ ਤੋਂ ਰੁਖਸਤ ਤੇ ਦੂਸਰੇ ਪਾਸੇ ਮਾਤਾ ਪਿਤਾ ਦੀ ਮੌਤ ਤੋਂ ਕੁਝ ਘੰਟਿਆਂ ਦੇ ਅੰਦਰ ਉਹਨਾਂ ਦੇ ਪੁੱਤ ਸਚਿਨ ਦੀ ਵੀ ਮੌਤ ਹੋ ਗਈ। ਹਸਪਤਾਲ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨਾਂ ਦੀ ਮੌਤ 13 ਘੰਟਿਆਂ ਦੇ ਅੰਦਰ ਹੋਈ ਤੇ ਇਹ ਖਬਰ ਮਹਾਰਾਸ਼ਟਰ ਨਾਲ ਸੰਬੰਧਿਤ ਸੀ।
ਤੇ ਹੁਣ ਪੰਜਾਬ ਦੇ ਤੁਹਾਨੂੰ ਕੋਟਕਪੂਰੇ ਲੈ ਆਉਣੇ ਆ। ਕੋਟਕਪੂਰੇ ਦੇ ਮੁਕਤਸਰ ਰੋਡ ਤੇ ਡਾਕਟਰ ਓਮ ਪ੍ਰਕਾਸ਼ ਗਰੋਵਰ ਵਾਲੀ ਗਲੀ ਦੇ ਵਿੱਚੋਂ ਖਬਰ ਮਿਲੀ ਹੈ ਕਿ ਪਰਿਵਾਰ ਤੇ ਕਰੋਨਾ ਦਾ ਕਹਿਰ ਇਸੇ ਤਰ੍ਹਾਂ ਟੁੱਟਿਆ ਤੇ ਇੱਥੇ ਵੀ ਇਸ ਮਹਾਮਾਰੀ ਦੇ ਕਾਰਨ ਇੱਕੋ ਹੀ ਪਰਿਵਾਰ ਦੇ 3 ਜੀ ਇਸ ਜਹਾਨ ਤੋਂ ਰੁਖਸਤ ਹੋ ਗਿਆ ਹੈ। ਲਗਭਗ 5 ਦਿਨ ਪਹਿਲਾਂ ਇਸੇ ਪਰਿਵਾਰ ਦੇ ਲਗਭਗ 40 ਕਵਰਿਆਂ ਦੇ ਨੌਜਵਾਨ ਗਗਨ ਗੋਇਲ ਦੀ ਕਰੋਨਾ ਦੇ ਕਾਰਨ ਮੌਤ ਹੁੰਦੀ ਹੈ। ਪਰਿਵਾਰ ਤੇ ਮੁਸੀਬਤ ਦਾ ਪਹਾੜ ਉਦੋਂ ਹੋਰ ਡਿੱਗਿਆ ਜਦੋਂ ਗਗਨ ਦੇ ਪਿਤਾ ਪਵਨ ਗੋਇਲ ਨੂੰ ਵੀ ਕਰੋਨਾ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਇਸ ਮਹਾਮਾਰੀ ਨੇ ਮ੍ਰਿਤਕ ਗਗਨ ਦੀ ਮਾਂ ਸੰਤੋਸ਼ ਗੋਇਲ ਨੂੰ ਵੀ ਨਹੀਂ ਛੱਡਿਆ, ਉਹਨਾਂ ਦੀ ਵੀ ਮੌਤ ਹੋ ਗਈ। ਪੁੱਤਰ ਤੋਂ ਬਾਅਦ ਪਿਤਾ ਤੇ ਪਿਤਾ ਤੋਂ ਬਾਅਦ ਉਸ ਦੀ ਮਾਂ, ਤਿੰਨੋਂ ਹੀ ਇਸ ਜਹਾਨ ਤੋਂ ਰੁਖਸਤ ਹੋ ਗਿਆ। ਖਬਰ ਮਿਲੀ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਇਹਨਾਂ ਨੇ ਦਮ ਤੋੜਿਆ। ਭਾਵੇਂ ਮਹਾਰਾਸ਼ਟਰ ਹੋਵੇ ਤੇ ਭਾਵੇਂ ਪੰਜਾਬ ਦਾ ਕੋਟਕਪੂਰਾ ਹੋਵੇ, ਇਹਨੂੰ ਕੋਟਕਪੂਰਾ ਜਾਂ ਸਿਸਲੀ ਪਿੰਡ ਦੀ ਖਬਰ ਨਾ ਸਮਝੀਏ। ਇਹ ਖਬਰ ਕਿਸੇ ਵੀ ਪਿੰਡ, ਕਿਸੇ ਵੀ ਸ਼ਹਿਰ, ਕਿਸੇ ਵੀ ਮੁਲਕ, ਕਿਸੇ ਵੀ ਕੰਟੀਨੈਂਟ ਵਿੱਚੋਂ ਮਿਲ ਸਕਦੀ ਹੈ। ਕਰਨਾ ਕੀ ਹੈ? ਸਾਵਧਾਨੀਆਂ ਵਰਤੀਏ, ਆਪਣਾ ਖਿਆਲ ਰੱਖੀਏ, ਆਪਣੇ ਪਿਆਰਿਆਂ ਦਾ ਖਿਆਲ ਰੱਖੀਏ। ਇਸ ਵਕਤ ਇਸ ਮਹਾਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ। ਬਹੁਤ ਸਾਰੇ ਲੋਕ ਹਾਲੇ ਵੀ ਕਹਿੰਦੇ ਆ ਕਿ ਕੋਵਿਡ ਹੈ ਨਹੀਂ। ਆਹ ਖਬਰ ਸੁਣਿਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇੱਕੋ ਹੀ ਪਰਿਵਾਰ ਦੇ ਵਿੱਚੋਂ 13 ਘੰਟਿਆਂ ਦੇ ਅੰਦਰ ਅੰਦਰ ਜੇਕਰ 3 ਜੀ ਜਾ ਰਹੇ ਨੇ ਤਾਂ ਇਹ ਅੱਜ ਕਿਸੇ ਦੀ ਖਬਰ ਹੈ। ਦੇਖਿਓ ਕਿਤੇ ਆਪਣੀ ਖਬਰ ਨਾ ਇਹ ਬਣ ਜਾਵੇ। ਸਾਵਧਾਨੀਆਂ ਵਰਤੀਏ, ਮੇਲ ਮਿਲਾਪ ਘਟਾ ਦਈਏ। ਕੁਝ ਦਿਨਾਂ ਦੇ ਵਿੱਚ ਅਸੀਂ ਕੋਵਿਡ ਤੇ ਜਿੱਤ ਹਾਸਲ ਕਰ ਲੈਣੀ ਹੈ। ਪਹਿਲਾਂ ਵੀ ਮਹਾਮਾਰੀਆਂ ਦੁਨੀਆ ਤੇ ਆਉਂਦੀਆਂ ਰਹੀਆਂ ਨੇ, ਲੋਕਾਂ ਨੇ ਸਿਆਣਪ ਨਾਲ, ਸੂਝ-ਬੂਝ ਨਾਲ ਇਹਨਾਂ ਮਸਲਿਆਂ ਦੇ ਉੱਤੇ ਕੰਮ ਕੀਤਾ ਹੈ। ਪਰ ਇੰਜ ਕੰਮ ਨਹੀਂ ਹੋਣਾ। ਜਿਸ ਤਰ੍ਹਾਂ ਤੁਹਾਨੂੰ ਕੱਲ੍ਹ ਦੱਸਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਸੰਸਦ ਮੈਂਬਰ ਹੈ, ਉਹ ਭੋਪਾਲ ਚੋਂ ਹੈ। ਕਹਿੰਦੀ ਜੀ ਮੈਂ ਰੋਜ਼ ਗਊ ਦਾ ਮੂਤ ਪੀਣੀ ਹੈ, ਮੈਨੂੰ ਇਹਦੇ ਨਾਲ ਇਨਫੈਕਸ਼ਨ ਨਹੀਂ ਹੋ ਸਕਦੀ, ਨਾ ਕਰੋਨਾ ਹੋਇਆ ਤੇ ਨਾ ਹੋਣਾ। ਅੱਜ ਇੱਕ ਕਾਂਗਰਸ ਦੇ MLA ਨੇ, ਉਹਨਾਂ ਨੇ ਇਸੇ ਚੀਜ਼ ਨੂੰ ਆਧਾਰ ਬਣਾ ਕੇ ਭਾਰਤ ਦੇ ਜਿਹੜੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਨਾ, ਉਹਨੂੰ ਗਊ ਦਾ ਮੂਤ ਸ਼ੀਸ਼ੀ 'ਚ ਕੋਰੀਅਰ ਕਰ ਦਿੱਤਾ। ਕਹਿੰਦੇ ਤੁਹਾਡੀ ਮੈਂਬਰ ਪਾਰਲੀਮੈਂਟ ਆ, ਉਹ ਕਹਿੰਦੀ ਆ ਕਿ ਗਊ ਦਾ ਮੂਤ ਪੀਓ ਤੇ ਸਭ ਕੁਝ ਠੀਕ ਹੋ ਜੂ। ਆਹ ਕਹਿੰਦੇ ਮੈਨੂੰ ਤੁਹਾਨੂੰ ਭੇਜ ਰਿਹਾ ਵਿਗਿਆਨਕ ਤੱਥ, ਦੱਸਿਓ ਕਿ ਇਹਦੇ ਪਿੱਛੇ ਹੈ ਜਾਂ ਤੁਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਲੋਕਾਂ ਨੂੰ ਮਾਰਨ ਦਾ ਬੀੜਾ ਚੁੱਕਿਆ ਹੋਇਆ, ਲੋਕਾਂ ਦੇ ਵਿੱਚ ਵਹਿਮ ਭਰਮ ਫੈਲਾਉਣ ਦਾ ਬੀੜਾ ਚੁੱਕਿਆ ਹੋਇਆ। ਤੇ ਦੂਸਰੇ ਪਾਸੇ ਇੱਕ ਹਵਨ ਹੁੰਦੇ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਲਵਾਂਗੇ। ओम करुणा 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 सर्व शक्ति समन्वित भय दुर्गे देवी नमस्ते स्वाहा। ओम करुणा 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 फट 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 स्वाहा। ओम कामाख्या नमः स्वाहा। ਉਹਦੇ ਵਿੱਚ ਕਰੋਨਾ ਭਾਗ ਹਵਨ ਕੀਤਾ ਜਾ ਰਿਹਾ ਹੈ। ਕੀ ਇਹ ਮਿਲਖਾ ਸਿੰਘ ਦਾ ਭਰਾ ਹੈ ਕਿ ਮਿਲਖਾ ਬਾਗ? ਮਿਲਖਾ ਸਿੰਘ ਨੇ ਤਾਂ ਮੁਲਕ ਦਾ ਨਾਮ ਰੌਸ਼ਨ ਕੀਤਾ, ਪਰ ਆਹ ਲੋਕ ਨੇ ਨਾ ਜਿਹੜੇ, ਇਹ ਮੁਲਕ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ। ਕਰੋਨਾ ਹਵਨ ਨਾਲ ਨਹੀਂ ਭੱਜਣਾ, ਕਰੋਨਾ ਅਰਗ ਨਾਲ ਨਹੀਂ ਭੱਜਣਾ, ਕਰੋਨਾ ਗੋਹੇ ਦੇ ਲੇਪ ਨਾਲ ਨਹੀਂ ਭੱਜਣਾ, ਕਰੋਨਾ ਮੂਤ ਨਾਲ ਨਹੀਂ ਭੱਜਣਾ। ਕਰੋਨਾ ਵਿਗਿਆਨਕ ਤੱਥ ਹੈ, ਟੀਕੇ ਲਵਾਓ। ਸਾਡਾ ਗੁਆਂਢੀ ਮੁਲਕ ਅਮਰੀਕਾ ਹੈ, ਸਭ ਤੋਂ ਪਹਿਲਾਂ ਮਾਰ ਅਮਰੀਕਾ ਨੇ ਕਿੰਨੀ ਝੱਲੀ ਤੁਹਾਨੂੰ ਪਤਾ ਹੈ ਕਿ ਹਸਪਤਾਲ ਨੱਕੋ ਨੱਕ ਮਰੀਜ਼ਾਂ ਨਾਲ ਭਰ ਗਏ ਸੀ, ਮੌਤਾਂ ਵੀ ਬਹੁਤ ਹੋਈਆਂ। ਪਰ ਉਹਨਾਂ ਨੇ ਵੈਕਸੀਨੇਸ਼ਨ ਇਸ ਕਦਰ ਕੀਤੀ ਹੈ ਕਿ ਕਈ ਸੂਬਿਆਂ ਦੇ ਵਿੱਚ, ਕਈ ਸਟੇਟਾਂ ਦੇ ਵਿੱਚ ਮਾਸਕ ਦੀ ਜਿਹੜੀ ਮੈਂਡੇਟਰੀ ਕੀਤਾ ਸੀ ਪਾਬੰਦੀ ਚੁੱਕ ਦਿੱਤੀ ਹੈ ਕਿ ਜਿਨ੍ਹਾਂ ਨੂੰ ਦੋਵੇਂ ਡੋਜ਼ਸ ਲੱਗ ਚੁੱਕੀਆਂ ਨੇ ਉਹ ਮਾਸਕ ਭਾਵੇਂ ਨਾ ਪਹਿਨਣ। ਅਸੀਂ ਟੀਕੇ ਟੂਕੇ ਲਵਾਈਏ, ਵਿਗਿਆਨ ਦਾ ਯੁੱਗ ਹੈ, ਇਸ ਵਿਗਿਆਨਕ ਯੁੱਗ ਵਿੱਚ ਰਹਿੰਦੇ ਹਾਂ। ਹਵਨ ਨਾਲ ਨਹੀਂ ਭੱਜਣਾ ਕਰੋਨਾ ਨੇ। ਸੋ ਅਸੀਂ ਬਚੀਏ ਤੇ ਹੋਰਨਾਂ ਨੂੰ ਬਚਾਈਏ। ਤੇ ਹੁਣ ਆਪਾਂ ਚੱਲਦੇ ਹਾਂ ਪੰਜਾਬ ਕਾਂਗਰਸ ਤੇ ਕਾਟੋ ਕਲੇਸ਼ ਵੱਲ। ਚਰਨਜੀਤ ਸਿੰਘ ਚੰਨੀ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨੇ ਤੇ। ਪੰਜਾਬ ਕਾਂਗਰਸ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਗ੍ਰਹਿ ਯੁੱਧ ਛਿੜਿਆ ਹੋਇਆ ਹੈ ਤੇ ਰੁਕਣ ਦਾ ਨਾਮ ਵੀ ਨਹੀਂ ਲੈ ਰਿਹਾ। ਇਸ ਸਾਰੇ ਕਲੇਸ਼ ਦੇ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਆਪਣੇ ਫੇਸਬੁੱਕ ਖਾਤੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਹਦੇ ਵਿੱਚ ਚੰਨੀ ਖੁਦ ਵੀ ਸੀ, ਜਿਸ ਦੇ ਵਿੱਚ ਲਿਖਿਆ ਸੀ 2022 ਦਾ ਕੈਪਟਨ। ਤੇ ਚੰਨੀ ਵੱਲੋਂ ਇਹ ਤਸਵੀਰ ਡਿਲੀਟ ਕਰ ਦਿੱਤੀ ਗਈ ਹੈ। ਉਸ ਵਿੱਚ
ਚਰਨਜੀਤ ਸਿੰਘ ਚੰਨੀ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਨਜ਼ਰ ਆ ਰਹੇ ਸੀ ਅਤੇ ਤਸਵੀਰ ਦੇ ਵਿੱਚ 2022 ਚੋਣਾਂ ਦਾ ਜ਼ਿਕਰ ਕੀਤਾ ਗਿਆ ਸੀ, ਪਰ ਉਹ ਤਸਵੀਰ ਹੁਣ ਉਹਨਾਂ ਦੀ ਫੇਸਬੁੱਕ ਪੇਜ ਤੇ ਲੱਭ ਨਹੀਂ ਰਹੀ। ਕੈਪਟਨ ਅਮਰਿੰਦਰ ਖਿਲਾਫ ਬਗਾਵਤੀ ਸੁਰਾਂ ਤੋਂ ਬਾਅਦ ਚਰਨਜੀਤ ਚੰਨੀ ਦਾ ਇੱਕ ਮਾਮਲਾ ਕੱਢ ਕੇ ਸਾਹਮਣੇ ਰੱਖ ਲਿਆ ਸੀ, ਮੀ ਟੂ ਵਾਲਾ, ਫੇਰ ਸੁਰਖੀਆਂ 'ਚ ਆ ਗਿਆ ਸੀ। ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਵੀ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕਰ ਲਈ ਸੀ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਦੇ ਵਿੱਚ ਇਹ ਆਖਿਆ ਸੀ ਕਿ ਧਰਨਾ ਦੇ ਦੇਵਾਂਗੇ। ਤੇ ਉਧਰ ਇਸ ਸਾਰੇ ਮਾਮਲੇ ਤੋਂ ਬਾਅਦ ਕੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਖਬਰਾਂ ਦੇ ਵਿੱਚ, ਚਰਨਜੀਤ ਚੰਨੀ ਨੇ ਆਪਣੇ ਘਰ ਦੇ ਵਿੱਚ ਜਿਹੜੇ ਨਾਰਾਜ਼ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਨੇ, ਸੁਖਜਿੰਦਰ ਰੰਧਾਵਾ ਵੀ, ਪ੍ਰਗਟ ਸਿੰਘ ਵੀ, ਪ੍ਰਤਾਪ ਸਿੰਘ ਬਾਜਵਾ ਵੀ, ਤੇ ਕੁੱਲ 12-13 ਬੰਦੇ ਦੱਸੇ ਜਾ ਰਹੇ ਸੀ। ਉਹ 'ਚ ਸੁਰਜੀਤ ਧੀਮਾਨ ਵੀ ਸੀ। ਉਹ ਸਾਰਿਆਂ ਨੂੰ ਸੱਦਿਆ ਸੀ ਤੇ ਮੀਟਿੰਗ ਕੀਤੀ ਸੀ, ਭਾਵੇਂ ਕਿ ਹਰੀਸ਼ ਰਾਵਤ ਉਹਨਾਂ ਦੇ ਕਹਿਣ ਤੇ ਮੀਟਿੰਗ ਤਾਂ ਰੱਦ ਕਰ ਦਿੱਤੀ ਸੀ, ਜਿਹੜੀ ਪ੍ਰੈਸ ਕਾਨਫਰੰਸ ਕਰਨੀ ਸੀ। ਪਰ ਬੇਅਦਬੀ ਮੁੱਦੇ ਤੇ ਆਵਾਜ਼ ਚੁੱਕਣ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀ, ਜਿਹਦੇ ਕਾਰਨ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਹੈ, ਜਿਹਦੇ ਖਬਰਾਂ ਮਿਲੀਆਂ ਸੀ ਹਾਈ ਕਮਾਨ ਨੇ ਦਖਲ ਦਿੱਤਾ। ਹਰੀਸ਼ ਰਾਵਤ ਨੇ ਕਿਹਾ ਸੀ ਕਿ ਸ਼ਾਂਤ ਰਹੋ, ਭਾਵੇਂ ਪ੍ਰੈਸ ਕਾਨਫਰੰਸ ਮੁਲਤਵੀ ਕੀਤੀ ਸੀ, ਪਰ ਉਹਦੇ ਤੋਂ ਬਾਅਦ ਅਗਲੀ ਕਾਰਵਾਈ ਮੀਟਿੰਗ ਤੋਂ ਬਾਅਦ ਆਹ ਸਾਹਮਣੇ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵੀ ਹਟਾ ਦਿੱਤੀ ਹੈ ਤੇ ਨਾਲ ਪ੍ਰਤਾਪ ਸਿੰਘ ਬਾਜਵਾ। ਜਦ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੁੰਦੇ ਸੀ ਮੈਂ ਨਹੀਂ ਇਹਦੀ ਮੰਨਦਾ, ਤੇ ਹੁਣ ਪ੍ਰਤਾਪ ਸਿੰਘ ਬਾਜਵਾ ਟਿਟ ਫॉर ਟੈਟ ਉਹ ਅਦਲੇ ਦੇ ਬਦਲੇ ਵਾਲੀ ਗੱਲ ਤੇ ਆਏ ਹੋਏ ਨੇ। ਹੁਣ ਕਲੇਸ਼ ਚੱਲ ਰਿਹਾ, ਗ੍ਰਹਿ ਯੁੱਧ ਕਾਂਗਰਸ ਦਾ ਚੱਲ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਚੰਨੀ ਦੇ ਘਰ ਮੀਟਿੰਗ ਵਿੱਚ ਵੀ ਸ਼ਾਮਲ ਸੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਮੌਕਾ ਸੰਭਾਲ ਲਓ, 45 ਦਿਨਾਂ ਦਾ ਅਲਟੀਮੇਟਮ ਵੀ ਦਿੱਤਾ ਕਿ ਮੌਕਾ ਸੰਭਾਲ ਲਓ। ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਣ ਦਾ ਬਹੁਤ ਸ਼ੌਕ ਹੈ। ਹੁਣ ਤੱਕ ਉਹ ਕਹਿੰਦੇ ਕਈ ਕਿਤਾਬਾਂ ਲਿਖ ਚੁੱਕੇ ਨੇ। ਉਹ ਕਹਿੰਦੇ ਕੈਪਟਨ ਦੇ ਰਾਜ ਤੇ ਵੀ ਹੁਣ ਕਿਤਾਬ ਲਿਖੀ ਜਾਊਗੀ, ਸੋਚ ਲੈਣ। ਕਿਰਪਾ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਗੁਰੂ ਨਾਲ ਕੀਤਾ ਵਾਅਦਾ ਨਿਭਾਓ, ਨਹੀਂ ਇਤਿਹਾਸਕਾਰ ਤੁਹਾਡੇ ਬਾਰੇ ਕੀ ਲਿਖਣਗੇ ਇਹ ਤੁਸੀਂ ਆਪ ਹਿਸਾਬ ਲਾ ਸਕਦੇ ਹੋ, ਕਿਉਂਕਿ ਕਹਿੰਦੇ ਤੁਸੀਂ ਲੇਖਕ ਹੋ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਹੋਈਆਂ ਜੰਗਾਂ ਤੇ ਕਿਤਾਬ ਲਿਖੀ, ਮਹਾਰਾਜਾ ਰਣਜੀਤ ਸਿੰਘ ਤੇ ਕਿਤਾਬ ਲਿਖੀ, 1965 ਤੇ 1971 ਦੀ ਜੰਗ ਤੇ ਕਿਤਾਬ ਲਿਖੀ। ਪਰ ਹੁਣ ਕਹਿੰਦੇ ਪਤਾ ਕਿਤਾਬ ਕਾਹਦੇ ਤੇ ਲਿਖੀ ਜਾਊ? ਹੁਣ ਵੇਲਾ ਆ ਗਿਆ ਕੈਪਟਨ ਦੇ ਰਾਜ ਤੇ। ਜੇ ਵਾਅਦੇ ਪੂਰੇ ਨਾ ਕੀਤੇ ਇਤਿਹਾਸਕਾਰ ਲਿਖਣਗੇ ਤੇ ਲਿਖਿਆ ਕੀ ਜਾਊ? ਅੰਦਾਜ਼ਾ ਕਹਿੰਦੇ ਸ਼ਾਇਦ ਕੈਪਟਨ ਲਾ ਵੀ ਨਹੀਂ ਸਕਦਾ। ਜੇ ਲਾ ਸਕਦੇ ਹੋ ਤਾਂ ਕਹਿੰਦੇ ਲਾ ਲਾਓ, ਸੰਭਲ ਜਾਓ, ਕਿਉਂਕਿ ਹਾਲੇ ਵੀ ਕਹਿੰਦੇ ਤੁਹਾਡੀ ਸਰਕਾਰ ਕੋਲ ਲਗਭਗ 8 ਮਹੀਨਿਆਂ ਦਾ ਟਾਈਮ ਫਰੇਮ ਹੈ। ਜੇਕਰ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਹੈ ਤਾਂ ਵਾਅਦੇ ਪੂਰੇ ਕਰਨੇ ਪੈਣਗੇ। ਸਮੇਧ ਸੈਣੀ ਨੂੰ, ਬਾਦਲਾਂ ਨੂੰ ਜਾਂਚ ਦੇ ਦਾਇਰੇ ਵਿੱਚ ਲਿਆਉਣਾ ਪਊਗਾ। ਇਹਦੇ ਤੋਂ ਇਲਾਵਾ ਉਹਨਾਂ ਇਹ ਵੀ ਆਖਿਆ ਕਿ ਚਰਨਜੀਤ ਚੰਨੀ ਨੂੰ ਮੀਡੀਆ ਸਾਹਮਣੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਚੰਨੀ ਵਾਲਾ ਜਿਹੜਾ ਸਾਰਾ ਮਾਮਲਾ ਹੈ ਉਹ ਕਹਿੰਦੇ ਮੈਨੂੰ ਲੱਗਦਾ ਕਿ ਸਿਆਸਤ ਤੋਂ ਪ੍ਰੇਰਿਤ ਹੈ। ਉਹਨਾਂ ਕਿਹਾ ਕਿ ਮੰਤਰੀ ਚੰਨੀ ਨੂੰ ਪ੍ਰੈਸ ਕਾਨਫਰੰਸ ਕਰਕੇ ਗੱਲ ਜ਼ਰੂਰ ਰੱਖਣੀ ਚਾਹੀਦੀ ਹੈ ਤੇ ਇਹਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਹਰੀਸ਼ ਰਾਵਤ ਨੂੰ ਦਿਨ ਨਹੀਂ ਪਾਉਣੇ ਚਾਹੀਦੇ, ਜਲਦ ਤੋਂ ਜਲਦ ਪੰਜਾਬ ਆ ਕੇ ਇਸ ਮਾਮਲੇ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਉਹ ਜਲਦ ਪੰਜਾਬ 'ਚ ਨਾ ਆਏ ਤਾਂ ਪੰਜਾਬ 'ਚ ਇੰਜ ਲੱਗਦਾ ਕਿ ਮਿਜ਼ਾਈਲਾਂ ਚੱਲ ਜਾਣਗੀਆਂ, ਵੱਡੇ ਧਮਾਕੇ ਹੋਣਗੇ। ਤੇ ਨਾਲ ਹੀ ਉਹਨਾਂ ਨੇ ਵਿਧਾਇਕ ਪ੍ਰਗਟ ਸਿੰਘ ਦੇ ਉੱਤੇ ਜਿਹੜੀ ਧਮਕੀ ਵਾਲੀ ਖਬਰ ਸਾਹਮਣੇ ਆਈ ਸੀ ਉਹਦੇ ਤੇ ਵੀ ਆਖਿਆ। ਉਹ ਕਹਿੰਦੇ ਅਮਰਿੰਦਰ ਦੇ ਸਲਾਹਕਾਰ ਨੇ ਧਮਕੀ ਦਿੱਤੀ। ਇਹਨਾਂ ਦੋਸ਼ਾਂ ਦੇ ਉੱਤੇ ਉਹਨਾਂ ਨੇ ਆਖਿਆ ਕਿ ਕੈਪਟਨ ਦੇ ਸਲਾਹਕਾਰ ਕੈਪਟਨ ਸੰਦੀਪ ਦੇ ਉੱਤੇ ਮਾਮਲਾ ਦਰਜ ਕਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਜੇਕਰ ਪ੍ਰਗਟ ਸਿੰਘ ਚਾਹੁੰਦੇ ਆ ਤਾਂ ਚੰਡੀਗੜ੍ਹ ਦੇ ਥਾਣੇ ਵਿੱਚ ਜਾ ਕੇ FIR ਦਰਜ ਕਰਵਾਉਣ ਤੇ ਉਹ ਜੇ ਦਰਜ ਕੇਸ ਕਰਵਾਉਂਦੇ ਨੇ ਕੈਪਟਨ ਸੰਦੀਪ ਸੰਧੂ ਤੇ ਇਹ ਮਾਮਲਾ ਕਹਿੰਦੇ ਅੱਗੇ ਤੱਕ ਜਾਊ। ਉਹ ਕਹਿੰਦੇ ਜੇ ਹਾਲੇ ਵੀ ਕੈਪਟਨ ਅਮਰਿੰਦਰ ਸਿੰਘ ਇਸ ਧਮਕੀ ਵਾਲੇ ਮਾਮਲੇ ਤੇ ਚੁੱਪ ਵੱਟੀ ਬੈਠੇ ਹੈ ਤੇ ਇਹਦਾ ਮਤਲਬ ਦਾਲ ਦੇ ਵਿੱਚ ਕਾਲਾ ਨਹੀਂ, ਸਾਰੀ ਦਾਲ ਕਾਲੀ ਹੈ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ। ਹੁਣ ਰੋਜ਼ ਬਾਗੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੱਲ ਤੁਹਾਨੂੰ ਦੱਸਿਆ ਸੀ ਕਿ ਚੰਨੀ ਦੇ ਘਰ ਧੀਮਾਨ ਵੀ ਸੀ। ਅਸਲ ਦੇ ਵਿੱਚ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਨੇ ਸੁਰਜੀਤ ਧੀਮਾਨ, ਉਹਨਾਂ ਨੇ ਵੀ ਆਪਣੀ ਪਾਰਟੀ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਲਿਆ। ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਦੇ ਵੱਲੋਂ ਕਹਿੰਦੇ ਕਾਂਗਰਸੀ ਵਿਧਾਇਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਪਿੱਛੇ ਵਿਜੀਲੈਂਸ ਪਾਉਣ ਦੀਆਂ ਗੱਲਾਂ, ਕਹਿੰਦੇ ਮੈਂ ਇਹਦੀ ਸਖਤ ਨਿਖੇਧੀ ਕਰਦਾ। ਉਹ ਕਹਿੰਦੇ ਜੇਕਰ ਸਾਡੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ
ਤਾਂ ਭਾਵੇਂ ਮੇਰਾ ਨਿੱਜੀ ਤੌਰ ਤੇ ਜਿੰਨਾ ਵੀ ਨੁਕਸਾਨ ਹੋ ਜਾਵੇ, ਮੈਂ ਇਸੇ ਰਾਹ ਤੇ ਚੱਲੂੰਗਾ, ਮੈਂ ਬਗਾਵਤੀ ਸੁਰਾਂ 'ਚ ਰਹੂੰਗਾ। ਧੀਮਾਨ ਕਹਿੰਦੇ ਵਿਜੀਲੈਂਸ ਬਿਊਰੋ ਨੇ ਜਿਵੇਂ ਕੁਝ ਸੱਤਾਧਾਰੀ ਸਿਆਸਤਦਾਨਾਂ ਦੇ ਖਿਲਾਫ ਮੁਹਿੰਮ ਵਿੱਢ ਦਿੱਤੀ ਹੈ, ਪੰਜਾਬ ਸਰਕਾਰ ਕਿਉਂ ਨਹੀਂ ਸਾਰੀਆਂ ਰਾਜਨੀਤਿਕ ਧਿਰਾਂ ਦੇ ਸਾਰੇ ਲੀਡਰਾਂ ਦੇ ਖਿਲਾਫ, ਸਾਰੇ ਬਿਊਰੋਕਰੇਟਸ ਦੇ ਖਿਲਾਫ, ਪੁਲਿਸ ਅਧਿਕਾਰੀਆਂ ਦੇ ਖਿਲਾਫ, ਜਦੋਂ ਤੋਂ ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਆਮਦਨ ਜਿੰਨੇ ਵੀ ਉਹਨਾਂ ਦੀ, ਜਿੰਨੇ ਉਹਨਾਂ ਦੇ ਸਰੋਤ ਨੇ, ਜਿੰਨੀ ਉਹਨਾਂ ਦੀ ਜਾਇਦਾਦ ਹੈ, ਸਮਾਂ-ਬੱਧ ਜਾਂਚ ਕਰੇ। ਕਿਸੇ ਪਾਰਟੀ ਦੇ ਲੀਡਰ ਨੂੰ ਨਾ ਛੱਡੇ, ਕਿਸੇ ਪੁਲਿਸ ਨੂੰ ਨਾ ਛੱਡੇ, ਕਿਸੇ ਬਿਊਰੋਕਰੇਟ ਨੂੰ ਨਾ ਛੱਡੇ, ਕਰੇ ਕਹਿੰਦੇ ਜਾਂਚ। ਪਰ ਇਹ ਜਾਂਚ ਕਹਿੰਦੇ ਵਿਜੀਲੈਂਸ ਤੋਂ ਨਹੀਂ ਹੋਣੀ ਚਾਹੀਦੀ। ਇਹ ਜਾਂਚ ਜਾਂ ਤਾਂ CBI ਕਰੇ ਜਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਦਾ ਸੇਵਾ ਮੁਕਤ ਜੱਜ ਤੋਂ ਕਰਵਾਓ। ਜਦੋਂ ਪੁੱਛਿਆ ਕਿ ਵਿਜੀਲੈਂਸ ਤੋਂ ਕਿਉਂ ਨਹੀਂ, ਉਹ ਕਹਿੰਦੇ ਵਿਜੀਲੈਂਸ ਹੈ ਨਾ ਜਿਹੜੀ ਸਮੇਂ ਦੀਆਂ ਸਰਕਾਰਾਂ ਦਾ ਪਾਲਤੂ ਤੋਤਾ ਹੈ, ਜਿਵੇਂ ਕਹਾਉਂਦੇ ਆ ਉਵੇਂ ਵਿਜੀਲੈਂਸ ਬੋਲਦੀ ਹੈ। ਉਹ ਕਹਿੰਦੇ ਮੈਂ ਸ਼ਰੇਆਮ ਕਹਿਣਾ ਕਿ ਬੇਸ਼ੱਕ ਅਜਿਹੀ ਪੜਤਾਲ ਸਭ ਤੋਂ ਪਹਿਲਾਂ ਮੇਰੇ ਤੋਂ ਸ਼ੁਰੂ ਕਰ ਲਓ, ਪਰ ਇਹ ਨਾ ਹੋਵੇ ਕਿ ਮੇਰੀ ਹੋਈ ਹੋਵੇ ਜਾਂ ਪ੍ਰਗਟ ਦੀ ਹੋਵੇ ਜਾਂ ਸਿੱਧੂ ਦੀ ਹੋਵੇ। ਇਹ ਹਰ ਇੱਕ ਦੀ ਹੋਵੇ, ਕੈਪਟਨ ਅਮਰਿੰਦਰ ਦੀ ਵੀ ਹੋਵੇ, ਇਹ ਵਿਰੋਧੀਆਂ ਦੀ ਵੀ ਹੋਵੇ। ਉਹ ਕਹਿੰਦੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ ਦੇ ਅੰਦਰ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ। ਕਹਿੰਦੇ ਜਿਹਦੇ ਬਾਅਦ ਲਗਭਗ 4.5 ਮਹੀਨੇ ਗੁਜ਼ਰੇ ਸੀ। ਸੁਨਾਮ ਦੇ ਵਿੱਚ 31 ਜੁਲਾਈ 2017 ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੀ ਯਾਦ ਦੇ ਵਿੱਚ ਰਾਜ ਪੱਧਰੀ ਸਮਾਗਮ ਦੇ ਵਿੱਚ ਨਸ਼ਾ ਵੇਚਣ ਵਾਲੇ ਆ ਉਹਦੇ ਨਾਲ ਪੁਲਿਸ ਅਧਿਕਾਰੀਆਂ ਦੀ ਮਿਲੀ ਭੁਗਤ, ਰੇਤ ਮਾਫੀਆ, ਭੂ ਮਾਫੀਆ, ਵੱਖੋ ਵੱਖ ਮਾਫੀਆ ਦੇ ਵੱਲ ਮੈਂ ਇਸ਼ਾਰਾ ਕੀਤਾ ਸੀ ਲਗਭਗ 4.5 ਮਹੀਨਿਆਂ ਬਾਅਦ। ਪਰ ਕਹਿੰਦੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮੈਨੂੰ ਅਫਸੋਸ ਹੈ ਕਿ ਸਾਡੀ ਸਰਕਾਰ ਨੇ 4 ਹਫ਼ਤੇ ਕੀ 4 ਮਹੀਨੇ ਕੀ ਹੁਣ ਤਾਂ 4.5 ਸਾਲ ਲੰਘਾ ਦਿੱਤੇ ਹੈ। ਇਹਨਾਂ ਸਭਾ ਬੀਤਣ ਤੋਂ ਬਾਅਦ ਗੱਲ ਕੋਈ ਵੀ ਨਹੀਂ ਤਣ ਪੱਤਣ ਲੱਗੀ। ਉਹ ਕਹਿੰਦੇ ਪਿਛਲੀਆਂ ਸਰਕਾਰਾਂ ਨਾਲੋਂ ਵੀ ਇਹ ਮੰਨ ਰਹੇ ਆ, ਦੇਖੋ ਕਾਂਗਰਸੀ MLA ਹੈ ਧੀਮਾਨ, ਕਹਿੰਦੇ ਪਿਛਲੀਆਂ ਸਰਕਾਰਾਂ ਨਾਲੋਂ ਵੀ ਮਾਫੀਆ ਤੇ ਭ੍ਰਿਸ਼ਟਾਚਾਰ ਜ਼ਿਆਦਾ ਪ੍ਰਫੁੱਲਤ ਹੋਇਆ ਸਾਡੀ ਸਰਕਾਰ ਵੇਲੇ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਦਾ ਵਿਰੋਧ ਕਰਨ ਵਾਲੇ ਬੇਗੁਨਾਹਾਂ ਤੇ ਜਿਹੜਾ ਇੱਕ ਮੁੱਦਾ ਸੀ, ਜਿਸ ਕਾਰਨ ਅਕਾਲੀ ਸਰਕਾਰ ਦਾ ਲੋਕਾਂ ਨੇ ਭੋਗ ਪਾ ਦਿੱਤਾ ਸੀ ਤੇ ਲੋਕ ਕਾਂਗਰਸ ਸਰਕਾਰ ਤੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਿਸ਼ਵਾਸ ਕਰਦੇ ਸੀ। ਪਰ ਅਸੀਂ ਵਿਧਾਨ ਸਭਾ ਵਿੱਚ ਵੀ ਵਾਅਦਾ ਕੀਤਾ, ਵੱਖ-ਵੱਖ ਪੜਤਾਲੀਆ ਕਮਿਸ਼ਨ ਵੀ ਬਣਾਏ, ਸਿੱਟਾਂ ਵੀ ਬਣੀਆਂ, ਪਰ ਸਿੱਟਾ ਕੋਈ ਨਹੀਂ ਨਿਕਲਿਆ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਅਸਫਲ ਰਹੇ, ਜਿਸ ਨਾਲ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਅਤੇ ਸਾਡੇ ਵਾਸਤੇ ਕਹਿੰਦੇ ਵੋਟਰਾਂ ਦਾ ਸਾਹਮਣਾ ਕਰਨਾ ਹੁਣ ਔਖਾ ਹੀ ਨਹੀਂ, ਸਗੋਂ ਅਸੰਭਵ ਹੈ। ਉਹਨਾਂ ਅਗਲੀ ਇੱਕ ਗੱਲ ਹੋਰ ਆਖੀ, ਉਹਨਾਂ ਨੌਜਵਾਨੀ ਦੇ ਉੱਤੇ ਵੀ ਚਿੰਤਾ ਪ੍ਰਗਟਾਈ। ਨੌਜਵਾਨੀ ਪ੍ਰਤੀ ਚਿੰਤਤ ਹੁੰਦਿਆਂ ਧੀਮਾਨ ਨੇ ਕਿਹਾ ਕਿ ਅੱਤਵਾਦੀ ਵਕਤ ਸਾਡੀ ਜਵਾਨੀ ਖਤਮ ਹੋਈ, ਜਦੋਂ ਅੱਤਵਾਦ ਚੱਲ ਰਿਹਾ ਸੀ। ਉਹਦੇ ਤੋਂ ਬਾਅਦ ਪੰਜਾਬ ਦੀ ਜਵਾਨੀ ਨੂੰ ਨਸ਼ਾ ਲੱਗ ਗਿਆ, ਹੁਣ ਬੇਰੁਜ਼ਗਾਰੀ ਲੱਗ ਗਈ, ਜਿਸ ਦੇ ਕਾਰਨ ਜ਼ਿਆਦਾਤਰ ਪੜ੍ਹਿਆ ਲਿਖਿਆ ਨੌਜਵਾਨ ਵਿਦੇਸ਼ਾਂ ਵੱਲ ਨੂੰ ਪ੍ਰਵਾਸ ਕਰਨ ਨੂੰ ਮਜਬੂਰ ਹੋ ਗਿਆ। ਅਤੇ ਬਾਕੀ ਰਹਿੰਦੇ ਬੱਚੇ ਬੱਚੀਆਂ ਜੇ ਚੰਗੀਆਂ ਡਿਗਰੀਆਂ ਡਿਪਲੋਮੇ ਇੱਥੇ ਕਰ ਲੈਂਦੇ ਆ, ਤੇ ਡਿਗਰੀਆਂ ਡਿਪਲੋਮੇ ਕਰਨ ਦੇ ਬਾਵਜੂਦ ਕਰਦੇ ਕੀ ਹੈ, ਉਹ ਟੈਂਕੀਆਂ ਤੇ ਚੜੇ ਬੈਠੇ ਆ, ਕਹਿੰਦੇ ਕਿਤੇ ਡਾਂਗਾ ਖਾਂਦੇ ਆ। ਇਹ ਮਜਬੂਰੀ ਆ ਨੌਜਵਾਨਾਂ ਦੀ। ਉਹਨਾਂ ਇੱਕ ਗੱਲ ਹੋਰ ਆਖੀ, ਉਹ ਕਹਿੰਦੇ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਅਸਫਲਤਾ ਦੀ ਮੈਂ ਗੱਲ ਕਰਨੀ ਚਾਹੁੰਦਾ। ਉਹਨਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਸਮੇਂ-ਸਮੇਂ ਤੇ ਇਸ ਦੇ ਬਾਰੇ, ਖਾਸ ਕਰਕੇ AG ਦਫ਼ਤਰ ਦੀਆਂ ਨਾਕਾਮੀਆਂ ਦੇ ਬਾਰੇ ਆਗਾਹ ਕਰਦਾ ਰਿਹਾ। ਉਹਨਾਂ ਕਿਹਾ ਕਿ ਹਾਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਲੋਕਾਂ ਨੂੰ ਇਨਸਾਫ ਦੇਣਾ ਬਣਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਨਾ ਦੇ ਸਕੇ, ਅਕਾਲੀਆਂ ਨੂੰ ਤਾਂ ਕਹਿੰਦੇ ਫਿਰ ਵੀ 1.5 ਦਰਜਨ ਸੀਟਾਂ ਮਿਲ ਗਈਆਂ ਸੀ, ਪਰ ਸਾਡਾ ਹਸ਼ਰ ਉਹਦੇ ਤੋਂ ਮਾੜਾ ਹੋਊਗਾ। ਹੁਣ ਤੁਸੀਂ ਦੇਖੋ ਕਿ ਆਪਣੇ ਵਿਧਾਇਕ ਨੇ, ਉਹਨਾਂ ਦੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਇੱਕ ਪਾਸੇ ਹਾਈ ਕਮਾਨ ਨੇ ਆਖਿਆ ਕਿ ਚੁੱਪ ਕਰ ਜਾਓ। ਉਹ ਕਹਿੰਦੇ ਚੁੱਪ ਕਿਵੇਂ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਲੋਕਾਂ ਨਾਲ ਵਾਅਦਾ ਕੀਤਾ ਸੀ, ਲੋਕਾਂ ਨਾਲ ਵਾਅਦੇ ਅਸੀਂ ਹੋਰ ਕੀਤੇ ਸੀ, ਅਸੀਂ ਖਰੇ ਤਾਂ ਉਤਰੇ ਨਹੀਂ, ਲੋਕ ਤਾਂ ਸਾਨੂੰ ਪੁੱਛਦੇ ਆ। ਹੁਣ ਪਤਾ ਲੱਗਿਆ ਸੀ ਕਿ ਉੱਤੋਂ ਆਖਿਆ ਗਿਆ ਸੀ ਕਿ ਇਕੱਲੇ ਵਿਧਾਇਕ ਨਾਲ ਆ ਕੇ ਅਸੀਂ ਗੱਲਬਾਤ ਕਰਾਂਗੇ। ਜੇ ਤਾਂ ਇਹਨਾਂ ਦੀ ਜ਼ਮੀਰ ਜਾਗਦੀ ਹੋਈ, ਇਕੱਲਾ ਫਿਰ ਤਾਂ ਦੱਸ ਦੂ ਕਿ ਭਾਈ ਪਿੰਡਾਂ ਦੇ ਵਿੱਚ ਵੋਟਾਂ ਲੈਣ ਨਹੀਂ ਅਸੀਂ ਜਾ ਸਕਦੇ, ਲੋਕਾਂ ਨੇ ਸਾਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ, ਫਿਰ ਤਾਂ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਜਾ ਸਕਦਾ ਹੈ। ਪਰ ਜੇਕਰ ਕਿਸੇ ਦਾਅਵੇ ਹੇਠ, ਜੇਕਰ ਕਿਸੇ ਡਰ ਹੇਠ ਆ ਕੇ ਜ਼ੁਬਾਨ ਨਾ ਖੋਲੀ, ਤਾਂ ਫਿਰ ਪੰਜਾਬ ਕਾਂਗਰਸ ਅੱਜ ਕੰਧ ਤੇ ਲਿਖਿਆ ਪੜ੍ਹ ਲਵੇ ਕਿ ਜਿਹੜਾ ਉਹ ਸੋਚਦੀ ਹੈ ਨਾ
ਕਿ ਅਸੀਂ ਦੁਬਾਰਾ ਫਿਰ ਸੱਤਾ ਵਿੱਚ ਆਵਾਂਗੇ, ਫਿਰ ਸੱਤਾ ਦੇ ਸੁਪਨੇ ਲੈਣੇ ਛੱਡ ਦੇਵੇ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦੇਣਾ, ਸ਼ੇਅਰ ਵੀ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।